भाट साहब लड़ाई लड़ूई हुई ਤੁਹਾਡੀ ਕਦੀ ਕਿਤੇ ਪਿੰਡ ਸੁਣਿਆ ਨਹੀਂ ਕਦੀ ਕਿਸੇ ਨਾਲ ਲੜੇ ਹੋਵੋ। ਭਾਈ ਜਾਨ ਸਾਡੀ ਇੱਕ ਵਾਰੀ ਲੜਾਈ ਹੋਈ ਸੀ ਜੀ ਕਿਹਾ ਸੀ ਪਿਛਲੇ ਪਿੰਡ ਹਨਾ ਜਦੋਂ ਅੱਛਾ ਉਦੋਂ ਸਾਡੀ ਲੜਾਈ ਹੋਈ ਸੀ ਯਕੀਨ ਕਰ। ਸਾਡੀ ਨਾ ਜੱਟਾਂ ਦੇ ਨਾਲ ਥੋੜੀ ਜੀ ਨਾ ਮੂੰਹ ਮਾਰੀ ਹੁੰਦੀ ਰਹਿੰਦੀ ਸੀ ਤੀਜੇ ਚੌਥੇ ਦਿਨ ਹੀ। ਅੱਛਾ ਅੱਬੇ ਮੇਰੇ ਦਾ ਬਥੇਰਾ ਤਲਕ ਸੀ ਨਾ ਮਤਲਬ ਲੇਕਿਨ ਅੱਬਾ ਮੇਰਾ ਥੋੜਾ ਜਿਹਾ ਸ਼ਰੀਫ ਹੀ ਲੜਾਈ ਤੋਂ ਬੁਲਾਉਂਦਾ ਸੀ। ਅੱਬੇ ਮੇਰੇ ਦਾ ਤਾਲਬਾਨਾਂ ਨਾਲ ਬੜਾ ਤਲਕ। ਅੱਛਾ ਤੇ ਉਧਰੋਂ ਜੱਟਾਂ ਦਾ ਪੈਂਦਾ ਸੀ। ਉਦੋਂ ਅਮਰੀਕਾ ਦਾ ਸਦਰ ਸੀ ਬਰਾਕ ਓਬਾਮਾ। ਅੱਛਾ ਉਹ ਜੱਟਾਂ ਦੀ ਹਵੇਲੀ ਬਰਾਕ ਓਬਾਮਾ ਨਾ ਤੀਜੇ ਚੌਥੇ ਦਿਨ ਆ ਕੇ ਬੈਠਾ ਰਹਿੰਦਾ ਸੀ ਯਕੀਨ ਕਰ। ਯਾਰ ਤੂੰ ਜੁਗਲ ਲੱਗਾ ਮੈਂ ਤੇਰੇ ਨਾਲ ਵਾਕਈ ਸੀਰੀਅਸ ਲੱਗਾ। ਕੀ ਹੋਇਆ ਅੱਲਾ ਦੇ ਬੰਦੇ ਮੈਂ ਤੇਰੇ ਨਾਲ ਵਾਕਈ ਸੀਰੀਅਸ ਲੱਗਾ। ਤੈਨੂੰ ਮੈਂ ਅਕਸਰ ਲੋਕਾਂ ਨੂੰ ਦੱਸਦਾ ਹੀ ਨਹੀਂ ਆਇਆ ਸੀ। ਉਹਦੀ ਵਜ੍ਹਾ ਇਹ ਹੁੰਦੀ ਹੈ ਕਿ ਲੋਕ ਜਿਹੜੇ ਨੇ ਨਾ ਫਿਰ ਹੱਸਦੇ ਨੇ। ਉਹ ਯਾਰ ਮੈਂ ਤੇਰੇ ਨਾਲ ਸੀਰੀਅਸ ਲੱਗਾ। ਬੰਦ ਕਰ ਦੇ ਯਾਰ। ਉਹ ਯਾਰ ਮੈਂ ਤੇਰੇ ਨਾਲ ਜੁਗਲ ਨਹੀਂ ਲੱਗਾ। ਅੱਛਾ ਗੱਲ ਸੁਣ। ਉਹ ਹੁੰਦਾ ਸੀ ਉਹਨਾਂ ਦੇ ਕੋਲ ਨਾ ਤੀਜੇ ਚੌਥੇ ਦਿਨ ਉਹਦਾ ਤਲਕ ਵਾਵਾ ਉਹਨਾਂ ਦੇ ਨਾਲ ਨਾ ਪੈਂਦਾ ਸੀ। ਜੱਟਾਂ ਦੀ ਹਵੇਲੀ ਵੀ ਵਾਵਾ ਵੱਡੀ ਸੀ ਤੇ ਜੱਟਾਂ ਨਾਲ ਤਲਕ ਉਹਦਾ ਤਦ ਬਣਿਆ ਸੀ। ਉਹ ਉੱਥੇ ਵੇਚਦੇ ਹਨ ਦੁੱਧ। ਅੱਛਾ ਤੇ ਅਮਰੀਕਾ ਦਾ ਜਿੰਨਾ ਵੀ ਮਤਲਬ ਦੁੱਧ ਸੀ ਨਾ ਸਮਝ ਲੈ ਜੱਟਾਂ ਨੇ ਉਹ ਜਿਵੇਂ ਆਂਦੇ ਨੀ ਸਿਰ ਮੋਢੇ ਤੇ ਚੁੱਕਿਆ ਹੁੰਦਾ ਘਰ ਉਹ ਹਿਸਾਬ ਸੀ। ਅਮਰੀਕਾ ਦਾ ਜਿੰਨਾ ਵੀ ਦੁੱਧ ਸੀ ਨਾ ਸਾਰਾ ਜੱਟ ਸਪਲਾਈ ਕਰਦੇ ਹਨ। ਉਹ ਤਲਕ ਬੜਾ ਬਣ ਗਿਆ। ਉਹ ਹੁਣ ਇਸ ਵਾਰ ਟੱਪਦੇ ਹਨ ਕਿ ਸਾਡੇ ਨਾਲ ਅਮਰੀਕਾ ਤੇ ਬੱਟਾਂ ਨੂੰ ਹੀ ਵੇਖ ਲਾਂਗੇ। ਸਾਡੀ ਹੁਣ ਤਾਲਬਾਨਾਂ ਦੇ ਨਾਲ ਸੀ ਸਾਰੀ ਗੱਲਬਾਤ। ਅੱਛਾ ਉਧਰੋਂ ਅਮਰੀਕਾ ਦੇ ਤਾਲਬਾਨ ਲੜਨ ਦੇ ਹਨ। ਉਹ ਭਾਈ ਇਸੇ ਵਾਰ ਤੋਂ ਨਾ ਸਾਡੀ ਉਹਨਾਂ ਦੇ ਨਾਲ ਨਾ ਬੜੀ ਮਤਲਬ ਕਿ ਖਹਿ ਬਖਹਿ ਹੁੰਦੀ। ਇੱਕ ਦਿਨ ਭਾਈ ਉਹਨਾਂ ਨੇ ਸਾਡੇ ਨਾਲ ਚੰਗੀ ਵਧਾ ਕੇ ਲੜਾਈ ਕਰ ਲਈ ਬੜਾ ਨੁਕਸਾਨ ਹੋਇਆ। ਅੱਛਾ ਵਧਾ ਕੇ ਲੱਸੀ ਸੀ। ਹਾਂ ਇਹੋ ਹੀ ਹਿਸਾਬ ਲਾ ਲਿਆ। ਉਹਨਾਂ ਨੇ ਦੋ ਬਾਬਾ ਜੀ ਸਾਡੀਆਂ ਖਚਰਾਂ ਜਿਹੜੀਆਂ ਨਾ ਉਹਨਾਂ ਨੂੰ ਫੈਰ ਲੱਗੀ। ਅੱਛਾ ਉਧਰੋਂ ਵਧਾਣ ਵੱਧ ਗਿਆ। ਉਹਨਾਂ ਦੇ ਦੋ ਖੋਤੇ ਮਰ ਗਏ ਇੱਕ ਖਰਗੋਸ਼ ਜ਼ਖਮੀ ਹੋਇਆ। ਅਮਰੀਕਾ ਭਾਈ ਸਿਰ ਤੇ ਆਂਦਾ ਅਸੀਂ ਛੱਡਣਾ ਹੀ ਨਹੀਂ ਹੈ ਬੱਟਾਂ ਨੂੰ। ਇਧਰੋਂ ਦੋ ਧੜੇ ਬਣ ਗਏ ਤਾਲਬਾਨ ਤੇ ਜਨਰਲ ਕਜ਼ਾਫੀ ਤੇ ਜਨਰਲ ਸਦਾਮ ਹੁਸੈਨ ਸਾਡੇ ਡੇਰੇ ਤੇ ਕਿ ਅਸੀਂ ਵੀ ਇਧਰੋਂ ਜਿਹੜਾ ਅੱਪੜ ਕੇ ਕੰਮ ਖਾਣਾ। ਭਾਈ ਜਾਨ ਨੂੰ ਬੜਾ ਕਲੈਸ਼ ਹੋਇਆ। ਹੁਣ ਗੱਲ ਸੀ ਸਾਰੀ ਅਮਰੀਕਾ ਤੇ ਅਮਰੀਕਾ ਕਹਿ ਦਿੱਤਾ ਕਿ ਅਸੀਂ ਬੱਟਾਂ ਦੇ ਨਾਲ ਇੱਕ ਵਾਰੀ ਹਮਲਾ ਕਰਨਾ। ਅੱਛਾ ਤੇ ਆਂਦੇ ਹਨ ਖਰਗੋਸ਼ ਦਾ ਬਿਆਨ ਲੈਣਾ। ਖਰਗੋਸ਼ ਨਾ ਗੋਲੀ ਲੱਗ ਗਈ ਤੇ ਬੇਹੋਸ਼ ਦੀ। ਅੱਛਾ ਹਸਪਤਾਲ ਹੀ ਤੇ ਉਹ ਆਂਦੇ ਹਨ ਕਿ ਉਹਦਾ ਨਾ ਮਤਲਬ ਕਿ ਬਿਆਨ ਲੈਣਾ। ਉਹਦੇ ਬਿਆਨ ਤੋਂ ਬਾਅਦ ਵੇਖਣਾ ਸੁਲਾਹ ਹੋਣੀ ਹੈ ਕਿ ਨਹੀਂ। ਉਹ ਬੜੀ ਹੁਣ ਟੈਨਸ਼ਨ ਅਮਰੀਕਾ ਨੇ F-17 ਜਿਹੜੇ ਨੇ ਉਹ ਜੱਟਾਂ ਦੀ ਹਵੇਲੀ ਮੈਂ ਤੁਹਾਨੂੰ ਦੱਸਿਆ ਵਾਹ ਵੱਡੀ ਉਹਨਾਂ ਦੇ ਰਨਵੇ ਤੇ ਉਹਨਾਂ ਨੇ ਪਹੁੰਚਾ ਦਿੱਤੇ ਕਿ ਇੱਥੋਂ ਜਿਹੜਾ ਡਾਇਰੈਕਟ ਬਾਟੀ ਡਾ ਦੇਣੇ ਨੇ। ਅੱਛਾ ਭਾਈ ਜਾਨ ਪਿੰਡ ਬੜਾ ਕਲੈਸ਼ ਹੋਇਆ। ਉਧਰੋਂ ਤਾਲਬਾਨ ਵੀ ਆ ਗਏ ਉਹਨਾਂ ਭਾਈ ਜੱਟਾਂ ਤੇ ਹਮਲਾ ਕਰ ਦਿੱਤਾ। ਉਹ ਬੜਾ ਯਕੀਨ ਕਰਕੇ ਜਾਣ ਕੰਮ ਜਿਹੜਾ ਨਾ ਵਧਾਣ ਵਧਿਆ। ਪਿੰਡ ਸਾਰਾ ਤਬਾਹ ਬਰਬਾਦ ਹੋ ਗਿਆ। ਗੁਜਰਾਂ ਵਾਲੇ ਦੇ ਕੋਲ ਪਿੰਡ ਸੀ ਜੜਾਂ ਵਾਲਾ। ਇੱਕ ਜੜਾਂ ਵਾਲਾ ਸੀ ਇੱਕ ਬਗੈਰ ਜੜਾਂ ਵਾਲਾ ਸੀ। ਤੇ ਉਹ ਜਿਹੜਾ ਬਗੈਰ ਜੜਾਂ ਵਾਲਾ ਸੀ ਨਾ ਉੱਥੇ ਦੇ ਜੱਟ ਸਨ ਤੇ ਜਿਹੜਾ ਜੜਾਂ ਵਾਲਾ ਸੀ ਨਾ ਉੱਥੇ ਦੇ ਬੱਟ ਸਨ। ਅੱਛਾ ਦੋਵੇਂ ਹਾਂ ਅਸੀਂ ਜੜਾਂ ਵਾਲੇ ਦੇ ਵਿੱਚ ਸਾਂ ਉਹ ਬਗੈਰ ਜੜਾਂ ਦੇ ਹਨ। ਅੱਛਾ ਤੇ ਉਹ ਭਾਈ ਬੜਾ ਵਧਾਣ ਵਧਿਆ। ਫਿਰ ਉਸ ਤੋਂ ਬਾਅਦ ਨਾ ਐਂਟੋਨੀਓ ਗੋਤਰੇਸ ਯੂਨਾਈਟਿਡ ਨੇਸ਼ਨ ਤੱਕ ਪਹੁੰਚ ਗਿਆ ਭਾਈ ਜੀ। ਉੱਥੇ ਤੇ ਐਟਮੀ ਹਥਿਆਰ ਚੱਲਣ ਦੇ ਨੇ ਪਾਕਿਸਤਾਨ ਦੇ ਵਿੱਚ। ਅਮਰੀਕਾ ਵੀ ਵਿੱਚ ਪੈ ਗਿਆ। ਉਹ ਲੜਾਈ ਨਾ ਰਹੀ ਬਾਬਾ ਜੀ। ਉਹ ਤੇ ਜੰਗ ਬਣ ਗਈ ਆਲਮੀ ਜੰਗ ਬਣ ਗਈ। ਉਹ ਜਿਵੇਂ ਰੂਸ ਦੀ ਤੇ ਯੂਕਰੇਨ ਦੀ ਲੱਗੀ ਐਵੇਂ ਉਦੋਂ ਖਬਰਾਂ ਚ ਹੁੰਦਾ ਸੀ ਬੱਟਾਂ ਦੀ ਤੇ ਜੱਟਾਂ ਦੀ ਜੰਗ ਲੱਗ ਗਈ। ਹਾਂ ਟੀਵੀ ਰੇਡੂਆ ਹੁੰਦਾ ਸੀ ਉਦੋਂ ਨਾ। ਰੇਡੂਆ ਹੁੰਦਾ ਸੀ ਉਦੋਂ ਨਾ। ਫਿਰ ਉਹਨਾਂ ਦੀ ਤੇ ਕੋਈ ਨਾ ਮੰਨੀ ਜੰਗ ਬੰਦੀ। ਫਿਰ ਖਰਗੋਸ਼ ਜਿਹੜਾ ਨਾ ਉਹਨੂੰ ਕਿਤੇ ਅੱਲਾ ਕਰਕੇ ਹੋਈ ਹੋਸ਼। ਉਹਨੇ ਫਿਰ ਅੱਲਾ ਦੇ ਬੰਦਿਆਂ ਬਿਆਨ ਦਿੱਤਾ ਕਿ ਛੱਡ ਦਿਓ ਜਿਹੜਾ ਵੀ ਨਿਜ਼ਾਮ ਹੈ ਵੇ ਨਾ ਹੁਣ ਸੁਲਾਹ ਲਾਓ। ਤੇ ਉਹ ਫਿਰ ਟਰੰਪ ਆਇਆ ਤੇ ਨਾਲ ਸਾਡੇ ਨਾ ਪਿੰਡ ਦਾ ਪੱਥਰ ਲਦਿਆ ਸੀ। ਉਹ ਤੇ ਨਹੀਂ ਟਰੱਕ ਨਹੀਂ ਟਰੰਪ ਆਇਆ। ਸਾਡੇ ਨਾ ਤੀਸਰਾ ਪਿੰਡ ਸੀ ਇੱਕ ਸ਼ਰੀ ਵਾਲਾ। ਅੱਛਾ ਉਹ ਜਿਹੜੀ ਨੀ ਸ਼ਰੀ ਹੁੰਦੀ ਉੱਥੇ ਉਹ ਹੁੰਦੀਆਂ ਹਨ ਤੇ ਉਹ ਸ਼ਰੀ ਵਾਲਾ ਸੀ। ਤੇ ਉੱਥੇ ਦਾ ਨਾ ਇੱਕ ਚੌਧਰੀ ਸੀ ਉਹਦਾ ਨਾਂ ਸੀ ਸ਼ਰੀਫ ਮੁਹੰਮਦ। ਉਹਦੀ ਬੈਠ ਕੇ ਇਕੱਠ ਹੋਇਆ ਸੀ। ਫਿਰ ਓਬਾਮਾ ਵੀ ਆਇਆ। ਉਹਨੇ ਨਾਲ ਟਰੰਪ ਆਇਆ ਉਹਨੇ ਆਖਿਆ ਮੈਂ ਅੱਗੋਂ ਸਦਰ ਬਣਨਾ ਮੈਨੂੰ ਵੀ ਪਤਾ ਹੋਣਾ ਚਾਹੀਦਾ ਕੀ ਹੋਣ ਦਿਆ। ਨਾਲ ਇਧਰੋਂ ਫਿਰ ਜਨਰਲ ਕਜ਼ਾਫੀ ਸੀ ਤੇ ਜਨਰਲ ਸਦਾਮ ਹੁਸੈਨ ਸੀ। ਸਾਡੇ ਨੂੰ ਦੋ ਧੜੇ ਬਣ ਗਏ ਨਾ। ਸਾਡਾ ਇਧਰੋਂ ਜਨਰਲ ਕਜ਼ਾਫੀ ਜਨਰਲ ਸਦਾਮ ਹੁਸੈਨ ਤਾਲਬਾਨ ਆਏ ਮੁੱਲਾ ਉਮਰ ਕੇ ਸਾਰੇ ਜਾਣੇ। ਇਹਨਾਂ ਨੇ ਆ ਕੇ ਨਾ ਤੇ ਭਾਈ ਜਾਨ ਫਿਰ ਉੱਥੇ ਜਦੋਂ ਸੁਲਾਹ ਹੋਣ ਲੱਗੀ ਇਮਰਾਨ ਖਾਨ ਬੜੀ ਢਿੱਲ ਆਈ ਮੈਨੂੰ ਵੀ ਭਾਲੋ ਇਕੱਠ ਚ। ਮੈਂ ਵੀ ਸੁਣਨਾ ਅੱਬਾ ਮੇਰਾ ਆਂਦਾ ਨਹੀਂ ਇਹੀ ਨਹੀਂ ਬਣਾ ਹੈ
ਤੂੰ ਸ਼ਿਕਾਰੀ ਆਦਮੀ ਹੈ, ਸ਼ਿਕਾਰ ਸ਼ਕੂਰ ਕਰਨਾ ਹੈ ਤੇ ਐਵੇਂ ਤੇਰਾ ਕਿਤੇ ਮੀਟਰ ਖਰਾਬ ਹੋਇਆ ਤੇ ਫੇਰ ਤੂੰ ਹੁਣ ਪਿੰਡ ਗਏ ਨੇ ਤੇ ਬਾਅਦ ਚ ਮੁਲਕ ਹੀ ਜਾਂਦਾ ਰਹੇਗਾ ਤੇ ਸੁਲਾ ਜਿਹੜੀ ਵਿਧਾਨ ਵੱਧ ਜਾਏਗਾ। ਇਸ ਤਰ੍ਹਾਂ ਸਾਡੀ ਨਾ ਫਿਰ ਉਥੋਂ ਲੜਾਈ ਜਦੋਂ ਖਤਮ ਹੋਈ ਨਾ, ਫਿਰ ਅੱਬਾ ਮੇਰਾ ਥੋੜਾ ਜਿਹਾ ਸ਼ਰੀਫ ਸੀ, ਅੱਬੇ ਮੈਨੇ ਆਖਿਆ ਯਾਰ ਇੱਥੋਂ ਨਾ ਕਿਨਾਰਾ ਕਸ਼ੀ ਕਰ ਜਾਣੀ ਚਾਹੀਦੀ ਹੈ। ਉੱਥੋਂ ਫਿਰ ਅਸੀਂ ਨਾ ਪਿੰਡ ਛੱਡ ਕੇ ਤੇ ਆ ਤੁਹਾਡੇ ਵਾਲੇ ਪਿੰਡ ਆ ਗਏ। ਉੱਥੋਂ ਫਿਰ ਅਸੀਂ ਸ਼ਰਾਫਤ ਨਾਲ ਹੀ ਨਾ ਰਹਿਣ ਲੱਗ ਗਏ, ਕਦੀ ਕਿਸੇ ਦੇ ਨਾਲ ਨਾ ਗੱਲਬਾਤ ਹੀ ਨਹੀਂ ਏਡੀ ਕੀਤੀ ਹੈ। ਬਾਟ ਸਾਹਿਬ ਤੁਹਾਡੀ ਬਹੁਤ ਬਹੁਤ ਮਿਹਰਬਾਨੀ, ਤੁਹਾਡੇ ਕੋ ਆ ਗੱਲ ਪੁੱਛੀ ਤੂੰ ਸਾਡੇ ਇਲਮ ਤੇ ਕੀਤਾ ਇਜ਼ਾਫਾ, ਬੜੀ ਮਿਹਰਬਾਨੀ ਜੀ। ਮੇਰੇ ਪਿਓ ਦੀ ਵੀ ਤੋਬਾ ਅੱਗੋਂ ਮੈਂ ਤੁਹਾਨੂੰ ਕੋ ਗੱਲ ਪੁੱਛ ਜਾਵਾਂ।